खालसा वाहिगुरु जी की फतेह। सतनाम श्री वाहिगुरु साहिब जियो। एक ओंकार सतनाम करता पुरख निरभउ निर्वैर। अकाल मूरत अजूनी सैभं गुर प्रसाद। कोट पराध हमारे खंडो अनेक विधि समझावो। हम ज्ञान अलप मत थोड़ी तुम आपन बिरद रखावो। तुमरी शरण तुम्हारी आशा तुम ही सजन सुहेले। राखो राखण हार दयाला नानक करके गोले। जी राखो राखण हार दयाला नानक करके गोले। वाहिगुरु जी का खालसा वाहिगुरु जी की फतेह। धन धन श्री गुरु ग्रंथ साहिब महाराज जिन्हां दी अपार बख्शिश रहमत हुई है, जो अमृत वेले सतगुरां ने पावन पवित्र बाणी दे राही अपने खुले दर्शन दिदारे बख्शे हन। सारियां आप रब रूपी संगतां अमृत वेले तो रोजाना सतगुरु दी बाणी दे नाल जुड़ के अपने जीवन दे मनोरथ नूं सफला कर रहे हो। साध संगत, यही जीवन दा एक प्रयोजन है। इतना सानू पता लग जाए, ज्ञान हो जाए कि परमात्मा ने सानू इस संसार दे विच किस प्रयोजन वास्ते भेजिया है ते असी की करना है, की छड़ना है ते की लैके जाना है। वैसे ते नांगे आवन नांगे जाना, कोई न रहिए राजा राणा। किसी ने रहना नहीं है, पर असी कुछ लैके जरूर आए हैं संसार दे विच। ते इथों की छड़ के ते की लैके जाना है। ये ना होवे कि असी अपने जीवन दे मनोरथ तो टुट जाइए। सतगुरु दी बाणी कहंदी, प्राणी तू आया लाहा लैण। तू संसार दे विच प्रभु परमात्मा दी लाह लैण वास्ते दरअसल आया है। आयो सुनन पढ़न को बाणी। तू संसार दे विच गुरबाणी पढ़न ते सुनन वास्ते ही तैनू संसार विच भेजिया है। पर होया कि नाम विसार लगे अन लालच बिरथा जन्म प्राणी। संसार दे विच आके असी होर कम्मां कारजां विच लग के परमात्मा तो असी टुट बैठे हाँ। गुरु महाराज बख्शिश करन, ये ना होवे कि सारी उम्र साड़ी एवें ही लग जाए। महाराज कहंदे ने अजू कछ बिगड़ियो नहीं जो प्रभु गुण गावे। हले भी तेरा कुछ नहीं बिगड़िया जे हुण भी तू संसार दे विच रहिंदे होए उस निरंकार नू चेते कर लै। ये ना होवे समा तेरा निकलदा जा रहा है, रैन गवाई सोए के दिवस गवाया खाए। हीरे जैसा जन्म है कोड़ी बदले जाए। ये ना होवे कि असी बाजार विच जाके हीरे दे के ते कोड़ियां खरीद लईए ते सानू कोई सियाणा व्यापारी नहीं कहेगा। असी भी संसार दे विच परमात्मा दा एक व्यापार करना आए, पर यह ना होवे चार गवाया हंड के चार गवाया सम। लेखा रब मंगेसिया तू आहो केड़े काम। जदों रब ने लेखा मंगना है ते असी ते
ਤੇ 4 ਤੇ ਜਿਸ ਪ੍ਰਯੋਜਨ ਕਰਕੇ ਸੰਸਾਰ ਵਿੱਚ ਅਸੀਂ ਆਏ ਹਾਂ, ਪਤਾ ਨਹੀਂ ਸਾਡੇ ਕਿੰਨੇ ਜਨਮਾਂ ਬਾਅਦ ਇਹ ਸਾਨੂੰ ਦੇਹੀ ਪ੍ਰਾਪਤ ਹੋਈ ਹੈ। ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਸ਼ਬਦ ਕੱਲ ਪੜ੍ਹ ਰਿਹਾ ਸੀ। ਮਾਰੇ ਕਹਿੰਦੇ ਨੇ ਪਤਾ ਨਹੀਂ ਕਿੰਨੀ ਵਾਰੀ ਤੇਰੇ ਇਹ ਸਰੀਰ ਤੇ ਆਤਮਾ ਦੇ ਮੇਲ ਹੋਏ, ਫਿਰ ਤੂੰ ਮਿਲਿਆ ਹੈ, ਫਿਰ ਵਿਛੜਿਆ ਹੈ। ਬਹੁਤ ਸੁੰਦਰ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਉਹ ਬੜੀ ਸੌਖੇ ਅੱਖਰ ਨੇ। ਮਾਰੇ ਕਹਿੰਦੇ ਨੇ ਜੁੜ ਜੁੜ ਵਿਛੜੇ, ਵਿਛੜੇ ਜੁੜੇ। ਦੇਖੋ ਪੰਕਤੀਆਂ ਕਿਤਨੀਆਂ ਖੂਬਸੂਰਤ ਨੇ। ਜੁੜ ਜੁੜ ਵਿਛੜੇ, ਅਸੀਂ ਕਿਤਨੀ ਵਾਰੀ ਸਾਡੀ ਆਤਮਾ ਤੇ ਸਰੀਰ ਮਿਲੇ, ਕਿੰਨੀ ਵਾਰੀ ਮਿਲੇ ਫਿਰ ਵਿਛੜੇ, ਫਿਰ ਮਿਲਦੇ ਰਹੇ। ਮਾਰੇ ਬਾਣੀ ਚ ਕਹਿੰਦੇ ਨੇ ਬਹੁਤ ਜਨਮ ਵਿਛੜੇ ਥੇ ਮਾਦੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪੇ ਦਰਸ਼ਨ ਦੇ। ਮਾਰੇ ਕਹਿੰਦੇ ਨੇ ਜੁੜ ਜੁੜ ਵਿਛੜੇ, ਵਿਛੜੇ ਜੁੜੈ, ਜੀਵ ਜੀਵ ਮੂਏ, ਮੂਏ ਜੀਵੇ। ਕਿੰਨੀ ਵਾਰੀ ਅਸੀਂ ਮਰੇ, ਫਿਰ ਜੀਂਦੇ ਰਹੇ, ਫਿਰ ਮਰੇ। ਭਾਵ ਕਿ ਇਹ ਜਨਮ ਮਰਨ ਦੇ ਗੇੜ ਵਿੱਚ ਅਸੀਂ ਕਿਤਨੇ ਆਏ, ਅਨਕ ਜਨਮ ਭ੍ਰਮ ਸਰਣੀ, ਉਦਰ ਦੇਹ ਅੰਧਕੂਪ ਤੇ ਲਾਵੋ ਆਪਣੀ ਚਰਣੀ। ਕਿੰਨੇ ਜਨਮਾਂ ਤੋਂ ਅਸੀਂ ਭਟਕਦੇ, ਕਿੰਨਿਆਂ ਦੀ ਵਾਰੀ ਅਸੀਂ ਬਾਪ ਬਣੇ, ਕਿੰਨੀਆਂ ਵਾਰੀ ਅਸੀਂ ਪੁੱਤਰ ਬਣੇ। ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ। ਕਿੰਨੀ ਵਾਰੀ ਅਸੀਂ ਗੁਰੂ ਬਣੇ, ਕਿੰਨੀ ਵਾਰੀ ਅਸੀਂ ਚੇਲੇ ਬਣੇ। ਮਾਰੇ ਕਹਿੰਦੇ ਨੇ ਆਗੇ ਪਾਛੇ ਗਣਤ ਨਾ ਆਵੇ, ਕਿਆ ਜਾਤੀ ਕਿਆ ਹੁਣ ਹੋਏ। ਸਾਡੀ ਗਿਣਤੀ ਨਹੀਂ ਕਿ ਅਸੀਂ ਪਿੱਛੇ, ਸਾਨੂੰ ਕਿਸੇ ਨੂੰ ਚੇਤਾ ਹੈ ਕਿ ਅਸੀਂ ਕਿਤਨੇ ਜਨਮਾਂ ਤੋਂ, ਕਿਹੜੀ ਕਿਹੜੀ ਜੂਨਾਂ ਤੋਂ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਪਰ ਅਸੀਂ ਕਈ ਜਨਮਾਂ ਤੋਂ ਦੇਖੋ ਭਟਕਦੇ ਹੋਏ, ਔਰ ਸਾਨੂੰ ਇਹ ਹੀ ਨਹੀਂ ਪਤਾ ਸਾਡਾ ਪਿਛਲਾ ਜਨਮ ਕੀ ਸੀ, ਉਹਦੀ ਵੀ ਗਿਣਤੀ ਨਹੀਂ ਹੈ। ਤੇ ਅੱਗੇ ਕਿਹੜਾ ਜਨਮ ਮਿਲਣਾ ਹੈ, ਜਿਹੜੇ ਗਏ ਨੇ ਉਹ ਵੀ ਨਹੀਂ ਦੱਸ ਪਾਏ। ਦੱਸੋ ਸਾਡੇ ਬਜ਼ੁਰਗ ਗਏ ਨੇ ਕਿੱਥੇ, ਤੈਂਡੇ ਮਾਪਿਆਂ ਜਿੰਨੀ ਤੂੰ ਜਾਣਾ ਹੋਏ, ਤੈ ਪਾਸੋਂ ਉਹ ਲੱਦ ਗਏ ਤੂੰ ਅਜੇ ਨਾ ਪਤਿਣੋਏ। ਫਰੀਦ ਜੀ ਕਹਿੰਦੇ ਨੇ ਕਿੱਥੇ ਗਏ ਤੇਰੇ ਮਾਪੇ ਜਿਨ੍ਹਾਂ ਨੇ ਤੈਨੂੰ ਜੰਮਿਆ ਸੀ, ਔਰ ਕਿੱਥੇ ਗਏ ਤੈਨੂੰ ਪਤਾ ਹੈ? ਤੈਨੂੰ ਨਹੀਂ ਪਤਾ। ਔਰ ਤੂੰ ਕਿੱਥੇ ਜਾਣਾ ਹੈ? ਤੈਨੂੰ ਵੀ ਨਹੀਂ ਪਤਾ। ਤੋ ਪਾਤਸ਼ਾਹ ਕਹਿੰਦੇ ਨੇ ਸਭ ਕਰਤਾ ਕਿਰਤ ਕਰ ਲਿਖੀਏ, ਸਾਡੇ ਕੀਤੇ ਹੋਏ ਕਰਮ ਲਿਖੇ ਜਾ ਰਹੇ ਨੇ। ਔਰ ਪਰਮਾਤਮਾ ਦੇ ਘਰ ਵਿੱਚ ਲੇਖਿਆਂ ਦਾ ਹਿਸਾਬ ਹੁੰਦਾ ਹੈ। ਜੇ ਵਜੇ ਅਸੀਂ ਕਰਮ ਕਰਨੇ ਆ, ਉਹ ਵਜੇ ਸਾਡੇ ਲੇਖ ਲਿਖੇ ਜਾਂਦੇ ਨੇ। ਫਿਰ ਕਰ ਕਰ ਕਰਤਾ ਕਰੇ ਕਰੇ, ਫਿਰ ਉਹ ਕਰਤਾ ਜਿਵੇਂ ਜਿਵੇਂ ਸਾਡੇ ਲੇਖ ਹੁੰਦੇ ਨੇ, ਉਸ ਹਿਸਾਬ ਨਾਲ ਸਾਨੂੰ ਅੱਗੇ ਜੂਨੀਆਂ ਜਾਂ ਜਨਮ ਮਿਲਦੇ ਨੇ। ਪਾਤਸ਼ਾਹ ਕਹਿੰਦੇ ਨੇ ਮਨਮੁਖ ਮਰੀਏ, ਕਹਿੰਦੇ ਨੇ ਇਸ ਮੁਕਾਮ ਦੇ ਵਿੱਚ ਤੇ ਜਿਹੜੇ ਮਨਮੁਖ ਹੁੰਦੇ ਨੇ, ਜਿਹੜੇ ਮਨ ਦੇ ਆਖੇ ਲੱਗ ਕੇ, ਭਾਵ ਕਿ ਗੁਰੂ ਇੱਕ ਹੁੰਦੇ ਨੇ ਗੁਰਮੁਖ, ਇੱਕ ਹੁੰਦੇ ਨੇ ਮਨਮੁਖ। ਮਨਮੁਖ ਹੁੰਦੇ ਨੇ ਜਿਹੜੇ ਆਪਣੇ ਮਨ ਨੂੰ ਮੁੱਖ ਰੱਖ ਕੇ, ਭਾਵ ਆਪਣੇ ਮਨ ਦੀ ਗੱਲ ਮੰਨ ਕੇ, ਗੁਰੂ ਨੂੰ 2 ਨੰਬਰ ਤੇ ਰੱਖ ਕੇ, ਗੁਰੂ ਦੀ ਗੱਲ ਨੂੰ ਨਾ ਯਾਦ ਕਰਕੇ ਜਿਹੜੇ ਆਪਣੇ ਆਪ ਨੂੰ ਅੱਗੇ ਰੱਖਦੇ ਹਨ, ਮਾਰੇ ਕਹਿੰਦੇ ਨੇ ਮਨਮੁਖ ਮਰੀਏ। ਉਹ ਮਨਮੁਖ ਰੋਜ਼ ਮਰ ਰਹੇ ਨੇ। ਗੁਰਮੁਖ ਤਰੀਏ, ਗੁਰੂ ਦੇ ਮੁਖ ਜਿਨ੍ਹਾਂ ਨੇ ਗੁਰੂ ਵੱਲ ਮੁਖ ਰੱਖ ਲਿਆ ਨਾ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰੂ ਨਾਲੇ। ਉਹਨੇ ਪੜ੍ਹ ਕੇ ਆਏ ਨਾ ਆਨੰਦ ਸਾਹਿਬ ਵਿੱਚ, ਪਾਤਸ਼ਾਹ ਕਹਿੰਦੇ ਨੇ ਉਹ ਗੁਰਮੁਖ ਜਿਹਦਾ ਸਨਮੁਖ, ਜਿਹਦਾ ਮੁਖ ਗੁਰੂ ਵੱਲ ਹੈ। ਗੁਰਮੁਖ ਤਰੀਏ ਨਾਨਕ ਨਦਰੀ ਨਦਰ ਕਰੇ। ਸੋ ਪਾਤਸ਼ਾਹ ਕਹਿੰਦੇ ਨੇ ਉਹਦੇ ਉੱਤੇ ਉਸ ਪਰਮਾਤਮਾ ਦੀ ਨਜ਼ਰ ਹੋ ਜਾਂਦੀ ਹੈ, ਜਿਹੜਾ ਗੁਰੂ ਦੇ ਆਖੇ ਲੱਗ ਕੇ ਆਪਣੇ ਇਸ ਪ੍ਰਯੋਜਨ ਨੂੰ ਗੁਰੂ ਦੇ ਆਸ਼ਰੇ ਅਨੁਸਾਰ ਚੱਲਦਾ ਹੈ। ਗੁਰੂ ਤੇ ਸਾਨੂੰ ਰੋਜ਼ ਆਵਾਜ਼ ਮਾਰਦਾ ਹੈ ਕਿ ਸਰੰਜਾਮ ਲਾਗ ਭਵਜਲ ਤਰਨ ਕਹਿ। ਸਰੰਜਾਮ ਹੁੰਦਾ ਹੈ ਬਈ ਆਪਣਾ ਕੋਈ ਅਰੇਂਜਮੈਂਟ ਕਰ ਲੈ, ਇੰਤਜ਼ਾਮ ਕਰ ਲੈ। ਕੀਤਾ ਅਰੇਂਜਮੈਂਟ, ਅਸੀਂ ਕਿੱਥੇ ਇੱਥੋਂ ਦਰਬਾਰ ਸਾਹਿਬ ਜਾਣਾ ਹੋਵੇ ਤੇ ਸਾਰਾ ਪਰਿਵਾਰ ਪਤਾ ਹੈ ਕੱਲ ਜਾਣਾ ਹੈ, ਅਸੀਂ ਰਾਤੀ ਟੈਚੀਆਂ ਪੈਕ ਕਰਨੇ ਆ, ਰਸਤੇ ਵਾਸਤੇ ਸਮਾਨ
जो जो चाहिए, जो जो जरूरत जरूरत। पर कदी सानू इस गल का भी इलम होया है कदी कि असी जिस परमात्मा की दरगाह दे विच जाना है उत्थे किहड़े किहड़े समान की लोड़ है, की असी लैके जाना है। जिन्होंने ये पता लग जाता ना जिन्नी चलन जाने से क्यों करे विथार, जिन्होंने पता लग जाता ना मैं संसार विचों टुर जाना है, वो बातें खलारे नहीं पाउंदा। चलन सार ना जाने काज सवारण हार, उन्होंने पता हुंदा कि मैं संसार विचों कूच कर जाना है और मैं कुछ समय का मेहमान बन के परमात्मा ने मैनू भेजिया है। बजाए मैं खलारे इकट्ठे करन ते जिस कारज वास्ते मैं संसार विच आया हाँ, भई प्रापत मानुक देह हरिया, गोविंद मिलन की ये तेरी बरिया। अवर काज तेरे किते ना काम, मिल साध संगत अज केवल नाम। असी उस नाम नू, उस प्रभु परमात्मा दी बंदगी करके असी संसार दे इस प्रयोजन दे विचों पास होना है। तुसी किसी रूप विच बाणी पढ़ो, पढ़ो जरूर। मत सोचो कि असी बाणी, मैं कहना नहीं भी समझ आ रही, तुसी अपना नेम ना छड्डो। मैं गुरबाणी की पंक्ति पढ़ना बड़ी अपील कर दी। गुरु पातशाह कहते ने कोई भी बाणी किसी रूप विच पढ़ रहा है, समझ आ रही है तो वाह वाह, जे नहीं भी समझ आ रही तू अपनी क्रिया करदा रह, तू अपना नेम ना छड़, क्योंकि नेम तो ही प्रेम बनना है। देखो नेम होएगा तो प्रेम होएगा ना। पंक्तियां आंदियां ने कोई गावे को सुने, कोई करे विचार। कोई भावें गा रहा है, कोई सुन रहा है, कोई विचार कर रहा है। कोई गावे को सुने, कोई करे विचार, को उपदेशे को दृढ़ तिसका होए उदार। कोई उपदेश कर रहा है, कोई उस उपदेश को दृढ़ कर रहा है, अमली जीवन लिया रहा है। कोई बाणी सुन रहा है, कोई बाणी नूं गा रहा है, कोई विचार कर रहा है, कोई विचार नूं सरवण कर रहा है। महाराज कहंदे ने तिसका होए उदार, उदार सारियां दा ही होना। इस करके नेम विच पक्का होना है। बहुते मिल जाते ने की लोड़ है रोज जपजी साहिब बाणी पढ़न दी, ओही ते बाणी है, इक्को गल नूं रोज क्यों पढ़िए। ते मैं भी कई बारी उन्हां नूं कह देना भुलिओ, रोज फिर तुसी लंगर क्यों छकदे हो? लंगर भी उही ही है ना, उही प्रशादे ने। रोज पानी क्यों छकदे हो? पानी तो उही ही है। महाराज ते कहंदे ने नित उठ गावो प्रभ की बाणी। बाणी महाराज कहंदे ने हुणे पढ़ के है ना, कहे नानक, कहे नहीं पढ़ना, कहे नानक सदा गाओ ये सच्ची बाणी। महाराज कहंदे ने बाणी सदा गा। तू किस भरम भुलेखे विच पै गया कि किसी दे कहे ते आके तू बाणी पढ़नी छड़ दित्ती। क्योंकि घरां दे अंदर कलेश, दरिद्री, बीमारियां, दुख तां ही आंदे ने जे तन बाणी विसर जाए। जो पक्का रोगी विल लाए। इस तरह कोड़ी नूं रोग लगदा है ना, कोड़ दा, उस तरह जे तेरे घरों अंदरों बाणी टुर गई ना, मैं कहना जिन्हां दे घर विच अमृत वेले जाग के जपजी साहिब जी दी बाणी नितनेम हुंदा है ना, उन्हां दे घरां दे विच महापुरख कहंदे सन कूड़े दे विच भी टूणा नहीं हो सकदा। उत्थे शहीद सिंघां दा पहरा हो जाता है। क्योंकि बाणी है ना एक वाड़ लगा देंदी भैड़ी मत तो, भैड़े ख्यालां तो, जो साडे उत्ते औंकड़ा आ रही ने। महाराज कहंदे ने जे तो घर दे विच अमृत वेले जाग के, महाराज कहंदे ना फरीदा रात कथूरी वंडीए, सुत्तियां मिले ना पाओ। मेरे वर्गे जे सुते रह गए ना, उन्हां नूं कस्तूरी मिलनी नहीं है। क्यों? क्योंकि कस्तूरी की सुगंधी की वो नाम है। नाम उस परमात्मा दा नाम, भजन बंदगी। फरीदा रात कथूरी वंडीए। फरीद साहब कहंदे ने रात केड़ी रात, वो नहीं 11-12 बजे, इत्थे रात तो भावे कि अमृत वेला 3 बजे तो बाद
ਤੇ ਅੰਮ੍ਰਿਤ ਵੇਲਾ ਉਹ ਵੀ ਨਹੀਂ ਕਿ ਸੂਰਜ ਦੀ ਟਿੱਕੀ ਨਿਕਲ ਗਈ ਸਾਡਾ ਅੰਮ੍ਰਿਤ ਰਾਤ ਤੋਂ ਭਾਵੇਂ ਅੰਮ੍ਰਿਤ ਵੇਲਾ। ਬਈ 3-4 ਵਜੇ ਤੋਂ ਉੱਠ ਕੇ ਆਪਣੀ ਨੀਂਦ ਨੂੰ ਜਲਦੀ ਭਾਵ ਕਿ 5-6 ਘੰਟੇ ਦੀ ਨੀਂਦ ਲੈ ਕੇ, ਹੁਣ ਜਿਹੜਾ ਬੰਦਾ 12-1 ਵਜੇ ਸੋਏਗਾ ਉਹ ਕਿਵੇਂ 3 ਵਜੇ ਉੱਠ ਸਕਦਾ ਹੈ? ਆਪਣੇ ਨੀਂਦ ਨੂੰ ਵੀ ਮਾਰੇ ਕਹਿੰਦੇ ਨੇ ਫਰੀਦਾ ਰਾਤ ਕਥੂਰੀ ਵੰਡੀਏ ਸੁੱਤਿਆਂ ਮਿਲੇ ਨਾ ਪਾਓ, ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾਂ ਮਿਲਣ ਕੋ ਆਓ। ਜਿਨ੍ਹਾਂ ਦੇ ਅੱਖਾਂ ਦੇ ਵਿੱਚ ਨੀਂਦਰੇ ਚੜੇ ਨੇ ਨਿੰਦਰਾਵਲੇ, ਉਹਨਾਂ ਨੂੰ ਰੱਬ ਕਿਵੇਂ ਮਿਲ ਸਕਦਾ ਹੈ? ਤੇ ਜਿਹੜੇ ਸੁੱਤੇ ਰਹਿ ਗਏ ਮੇਰੇ ਵਰਗੇ, ਤੇ ਉਹਦੇ ਵਾਸਤੇ ਵੀ ਦੇਖੋ ਕਿਤਨੀ ਤਾੜਨ ਹੈ। ਫਰੀਦਾ ਪਿਛਲ ਰਾਤ ਨਾ ਜਾਗੇ ਹੋਏ, ਜੀਵੰਦੜੋ ਮੋਏ ਹੋਏ। ਦੇਖੋ ਜਿਹੜੇ ਪਿਛਲ ਰਾਤ ਨੂੰ ਭਾਵ ਅੰਮ੍ਰਿਤ ਵੇਲੇ ਨਹੀਂ ਜਾਗਦੇ, ਉਹ ਜਿੰਦੇ ਨਹੀਂ ਪਏ, ਮੁਰਦਾ ਲਾਸ਼ਾਂ ਪੇ ਸੰਸਾਰ ਵਿੱਚ ਚੱਲ ਰਹੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਵੇਲੇ ਅਸੀਂ ਅੰਮ੍ਰਿਤ ਵੇਲਾ ਖੁੰਝਾਇਆ, ਸਮਝ ਲਓ ਅਸੀਂ ਸੁੱਤੇ ਨਹੀਂ ਪਏ, ਅਸੀਂ ਮੋਏ ਪਏ। ਦੁਨੀਆ ਦੀ ਨਜ਼ਰ ਵਿੱਚ ਇਹ ਸਰੀਰ, ਦੁਨੀਆ ਦੇ ਨਜ਼ਰ ਇਹ ਸਰੀਰ ਸਾਨੂੰ ਦਿਖ ਰਿਹਾ ਹੈ, ਬਟ ਅੰਦਰੋਂ ਅਸੀਂ ਮੋਏ ਪਏ ਹਾਂ। ਆਤਮਿਕ ਮੌਤ ਸਾਡੀ ਰੋਜ਼ਾਨਾ ਹੋ। ਫਰੀਦਾ ਪਿਛਲ ਰਾਤ ਨਾ ਜਾਗੇ ਹੋਏ, ਜੀਵੰਦੜਿਓ ਮੋਇਓ। ਦੇਖੋ ਮੇਰੇ ਦਾਦੀ ਜੀ ਕਹਿੰਦੇ ਸਨ, ਬੱਚਿਆ ਸਵੇਰੇ ਜ਼ਰੂਰ ਜਾਗਿਆ ਕਰ। ਮੈਂ ਕਿਹਾ ਦਾਦੀ ਜੀ ਕਿਉਂ ਸਵੇਰੇ, ਕਿਉਂ? ਪਾਠ ਹੀ ਕਰਨਾ, ਅਸੀਂ 7 ਵਜੇ ਕਰ ਲਾਂਗੇ ਉੱਠ ਕੇ, 8 ਵਜੇ ਕਰ ਲਾਂਗੇ। ਦੇਖੋ ਬਜ਼ੁਰਗਾਂ ਨੇ, ਜਿਨ੍ਹਾਂ ਨੇ ਕਾਲ ਕਮਾਈ ਕੀਤੀ ਹੁੰਦੀ ਹੈ ਨਾ, ਉਹਨਾਂ ਨੂੰ ਇਹ ਗਿਆਨ ਹੋ ਜਾਂਦਾ ਹੈ। ਕਹਿੰਦੇ ਨੇ ਜੇ ਸੂਰਜ ਦੀ ਟਿੱਕੀ ਨਿਕਲਦੇ ਕੋਈ ਬਿਸਤਰ ਤੇ ਸੁੱਤਾ ਪਿਆ ਨਾ, ਸਮਝੋ ਕਿ ਉਹ ਸੁੱਤਾ ਨਹੀਂ, ਮੋਇਆ ਪਿਆ। ਇਹ ਸਾਡੇ ਬਜ਼ੁਰਗ ਦਾਦੀ ਜੀ ਕਹਿੰਦੇ ਸੀ। ਕਹਿੰਦੇ ਉੱਠ ਫਰੀਦਾ ਉਜੂ ਸਾਜ, ਸੁਬੇ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੇਂ ਸੋ ਸਿਰ ਕੱਪ ਉਤਾਰ। ਉਸ ਸੀਸ ਕੱਪ ਉਤਾਰ ਦੇ ਉਸ ਸਰੀਰ ਨੂੰ, ਆਪਣੇ ਇਸ ਸੀਸ ਨੂੰ। ਜੇ ਸੀਸ ਤੇਰੇ ਉਸ ਸਾਈਂ ਦੇ ਅੱਗੇ ਨਹੀਂ ਝੁਕਦਾ, ਅੰਮ੍ਰਿਤ ਵੇਲੇ ਜਾਗ। ਕਿਉਂਕਿ ਅੰਮ੍ਰਿਤ ਵੇਲਾ ਐਸਾ ਹੈ, ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਹੀਂ। ਦੇਖੋ ਅੰਮ੍ਰਿਤ ਵੇਲਾ ਐਸਾ ਧਨ ਹੈ, ਜਦੋਂ ਤੁਸੀਂ ਇਸ ਦੀ ਕਮਾਈ ਕਰੋਗੇ ਨਾ, ਤੇ ਕਮਾਉਣ ਤੋਂ ਬਾਅਦ ਜੇ ਇਹਨੂੰ ਖਰਚ ਕਰੋਗੇ, ਦੇਖੋ ਖਰਚ ਕਰਾਂਗੇ, ਦੁਨੀਆ ਦੇ ਧਨ ਖਰਚ ਕਰੋ ਨਾ, ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਗਿਆਨੀਆਂ का ਧਨ ਨਾਮ ਹੈ ਸਾਦੀ ਰਹੇ ਸਮਾਏ, ਨਾਨਕ ਜਿਨ ਕੋ ਨਦਰ ਕਰੇ ਤਾਂ ਇਹ ਧਨ ਪੱਲੇ ਪਾਏ। ਗੁਰਬਾਣੀ ਕਹਿੰਦੀ ਹੈ ਉਹ ਧਨ ਇਕੱਠਾ ਕਰ। ਹਰ ਧਨ ਜਿਹੜਾ ਤੁਸੀਂ ਇਕੱਠਾ ਕਰ ਰਹੇ, ਜਿਹੜਾ ਪ੍ਰਯੋਜਨ ਹੈ, ਜਿਸ ਮਕਸਦ ਵਾਸਤੇ ਅਸੀਂ ਸੰਸਾਰ ਵਿੱਚ ਸਾਨੂੰ ਪਰਮਾਤਮਾ ਨੇ ਭੇਜਿਆ ਹੈ। ਤੇ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਪਿਛਲ ਰਾਤ ਨਾ ਜਾਗੇ ਹੋਏ। ਪਿਛਲ ਰਾਤ ਤੋਂ ਭਾਵ ਅੰਮ੍ਰਿਤ ਵੇਲਾ। ਜੀਵੰਦੜਿਓ ਮੋਏ ਹੋਏ, ਜੇ ਤੇ ਰੱਬ ਵਿਸਾਰੇ ਹੋਏ ਤੇ ਰੱਬ ਨਾ ਵਿਸਰੇ ਹੋਏ। ਜੇ ਤੂੰ ਰੱਬ ਨੂੰ ਵਿਸਾਰ ਦਿੱਤਾ ਨਾ, ਰੱਬ ਦਾ ਇੱਕ ਐਸਾ ਸੁਭਾਅ ਹੈ, ਰੱਬ ਨਹੀਂ ਤੈਨੂੰ ਵਿਸਾਰਦਾ। ਦੇਖੋ ਅੰਮ੍ਰਿਤ ਵੇਲੇ 3-4 ਵਜੇ ਜਦੋਂ ਮਰਜ਼ੀ ਸੋਵੋ, 3-4 ਵਜੇ ਇੱਕ ਵਾਰੀ ਜਾਗ ਜ਼ਰੂਰ ਖੁੱਲ ਜਾਂਦੀ। ਉਹ ਤੈਨੂੰ ਯਾਦ ਕਰਾ ਰਿਹਾ, ਪਰ ਅਸੀਂ ਹੀ ਅਵੇਸਲੇ ਹੋ ਕੇ ਜੇ ਸੁੱਤੇ ਪਈਏ ਤੇ ਫਿਰ ਰੱਬ ਦਾ ਕਸੂਰ ਨਹੀਂ ਹੈ। ਰੱਬ ਤਾਂ ਇੱਕ ਵਾਰੀ ਉਠਾ ਦਿੰਦਾ ਹੈ ਜੀ, ਮੇਰੀ ਜਾਗ ਨਹੀਂ ਖੁੱਲੀ, ਐਸੀ ਗੱਲ ਨਹੀਂ ਹੈ। ਮੈਂ ਬਹੁਤ ਘੱਟ ਸੁਣਿਆ ਕਿਸੇ ਦੀ ਸ਼ਾਨੇ ਪੰਜਾਬ ਟ੍ਰੇਨ ਹੋਏ ਜਾਂ ਕੋਈ ਗੱਡੀ ਅੰਮ੍ਰਿਤ ਵੇਲੇ ਦੀ ਹੋਵੇ ਤੇ ਉਹਦੀ ਮਿਸ ਹੋ ਗਈ ਹੋਵੇ। ਕਿਉਂ? ਕਿਉਂਕਿ 500-700 ਹਜ਼ਾਰ ਰੁਪਏ ਦੀ ਟਿਕਟ ਵਾਸਤੇ ਅਸੀਂ ਉੱਠ ਪੈਂਦੇ ਹਾਂ ਕਿ ਸਾਡੀ ਉਹ ਯਾਤਰਾ ਕਿਤੇ ਕੈਂਸਲ ਨਾ ਹੋ ਜਾਏ, ਲੇਟ ਹੋ ਗਏ ਤੇ ਗੱਡੀ ਨਿਕਲ ਜਾਣੀ ਹੈ। ਕਦੀ ਜੀਵਨ ਦੀ ਵੀ ਗੱਡੀ ਦੇਖੀ, ਉਹ ਵੀ ਨਿਕਲ ਸਕਦੀ ਹੈ। ਉਹਦੇ ਵਾਸਤੇ ਅਸੀਂ ਕਹਿੰਦੇ ਹਾਂ ਕਿ ਅੱਜ ਨਾ ਕੀਤਾ ਨਿਤਨੇਮ ਕੋਈ ਗੱਲ ਨਹੀਂ, ਜੇ 2 ਦਿਨ ਨਾ ਹੋਇਆ। ਮਹਾਂਪੁਰਖ ਕਹਿੰਦੇ ਸਨ ਜੇ 1 ਦਿਨ ਦਾ ਗੈਪ ਪਿਆ, ਫਿਰ 2 ਦਾ, 4 ਦਾ, ਫਿਰ ਏਦਾਂ ਪਿੱਛੇ ਪੜਦੇ ਤੇ ਕਿਤਨਾ ਸਮਾਂ ਤੇਰਾ ਐਵੇਂ ਨਿਕਲ ਜਾਏਗਾ। ਇਸ ਕਰਕੇ ਪਰਮਾਤਮਾ ਵੀ ਸਾਡੇ ਤੋਂ ਇੱਕ ਆਸ ਰੱਖ ਕੇ ਬੈਠਦਾ ਹੈ। ਉਹ ਆਸ ਰੱਖਦਾ ਹੈ। ਦੇਖੋ ਅਸੀਂ ਪਰਮਾਤਮਾ ਤੇ ਆਸ ਰੱਖਨੇ ਆ ਨਾ,
ਅਸੀਂ ਬਾਣੀ ਪੜ੍ਹਨੇ ਆ ਤੇ ਉਸ ਤੋਂ ਬਾਅਦ ਲੰਬੀ ਲਿਸਟ ਆਪਣੇ ਮਨ ਵਿੱਚ ਰੱਖਨੇ ਆ ਨਾ, परमात्मा ਇਹ ਦੇ ਦੇ, परमात्मा ਇਹ ਦੇ ਦੇ। ਚਲੋ ਮੰਗਣਾ परमात्मा आन मांगू तान मांगू धन लक्ष्मी दुख सुख तुझी पास, अच्छी गल है, मंगना भी है। पर कदी ये भी सोचा कि परमात्मा भी तो साडे कोल कुछ मंगना चाहता है, परमात्मा भी तो कुछ एक्सैक्ट, परमात्मा भी चाहता है कि मैं भी अपने सेवक कोलों कुछ लवां, कि खाली असी परमात्मा को लैना ही है, कुछ परमात्मा नूं देना भी तो है। मैं हुण जपजी साहिब पढ़ के आया ना, साचा साहिब साच नाए भाख्या पाओ अपार, आखे मंगे दे दे। असी कहने ना आखे आखदे ने, मंगदे ने, की मंगदे ने? दे दे। असी परमात्मा नूं कहने ना आखे मंगे दे दे। दे भाई परमात्मा दे, दात करे दातार। फेर के अगे रखिए जित दिसे दरबार। गुरु नानक पातशाह कहते ने, हे परमात्मा मैं तेरे अगे की रखा जिदे नाल मनु तेरे दर्शन हो जान। देखो हुण परमात्मा कोलों पूछ रहे ने गुरु नानक पातशाह कि सारी उम्र परमात्मा मैं तुहाडे कोल लिया वे, शरीर लिया, बच्चे ले ने, घर बार लिया, दुनिया दी कोई शै ऐसी नहीं जिहड़ी मेरे कोल तुसीं नहीं दित्ती, ते मैं तेरे अगे की रखा जिहदे करके तू खुश हो जाए। वाह, कदी पुछया असी प्यो तो पुछया प्यो नूं, पिता जी तुहानू की चाहिए, डैड तुहानू की चाहिए? फेर के अगे रखिए जित दिसे दरबार, मुंह कह बोलन बोलिए। मैं मुंह की बोला, जित सुन धरे प्यार, क्योंकि मुख तो ही प्यार बनता है। जे तुसी किसी नाल बुलारी अच्छी रखोगे ना, बोल सही रखोगे, ते तुहाडा आपसी संबंध प्यार बनेगा। ते जिम मुंह चो कड़वाहट कड्डांगे, अगला कहेगा इस तो दूर ही रहो, ये कोड़ा बोलता है। मिठत नीवी नानका गुण चंगियाइयां तत्, ये तत् है। जे तुसी मिठा बोलोगे ते संसार ये सब तुहाडा आपे ही हो जाए। ते पातशाह कहंदे ने, फेर के अगे रखिए जित दिसे दरबार, मुंह कह बोलन बोलिए जित सुन धरे प्यार। ते पातशाह ने जब पूछया मैं की बोला, मुख तो की रखा, ते अगों परमात्मा ने फिर जवाब दिता, कहने लगे अमृत वेला सच नाओ वडियाई विचार। हे जीव, हे गुरु नानक, ये तो सानू समझा रहे ने, हे गुरु नानक मनु तेरे तो कोई कुछ नहीं चाहिए, तू ये जेड़े अमृत वेले दा समय ना किसे दुनिया दे बंदे नू ना दे, ये बड़ा कीमती समय है, ये तू परमात्मा मेरी झोली विच पा दे। जे ये समा ये नेम तू मेरी झोली च पा देगा, मैं दावा करना तेनू दुनिया दी हर नियामत तेरी झोली विच मैं पा दांगा। तैनू दुनिया दे अगे किथे मंगन जान दी लोड़ नहीं पैनी, क्योंकि मैं दुनिया तो मैं तैनू न्यारा बना दांगा जब तू अमृत वेले बैठ के चौकड़ा ला के उस परमात्मा दी बंदगी करेगा। देखो नेम बड़ा जरूरी, मैं पहला गल कीती है, नेम तो असी प्रेम बनना है। कल मैं एक कोई ग्रंथ विचों एक गाथा पढ़ रहा सी, तो गाथा मैं जब पढ़ी ते वो नेमी बंदा, देखो नेम कितना जरूरी है। देवतियां दी सभा बैठी ते सारे देवते इकट्ठे हो गए, ये गाथा ग्रंथ च आंदी है। सारे देवते इकट्ठे होए ते देवते बड़े नाराज बैठे सी, कहंदे ने दुनिया दे जीव सानू हुण याद नहीं करदे ते इन्हां नूं कोई ना कोई घाट असीं दिंदे हां, क्योंकि कुछ देवतियां कोल ड्यूटियां ने। सारे देवते इकट्ठे होए, उन्होंने इंद्र देवता नूं कहा, भाई तू 3 साल बारिश नहीं करनी, ते बारिश नहीं होएगी ते अकाल पै जाएगा, अकाल पै जाएगा ते भुखमरी होएगी, ते आपे सानू याद करनगे। काम परे तां सिमरन वाली गल पता कि जदों सानू काम पैंदा तां ही असीं रब नूं याद करने आ। सुख विच ते सानू पता ही नहीं हुंदा, उस टाइम ते असीं फिर नींद भी पूरी लैने आ, आनंद भी पूरा संसार दा लैने आ। ते उन्होंने शिव जी नूं कहा, तुसीं डमरू ते शंख
3 ਸਾਲ ਬਾਅਦ ਵਜਾਣਾ ਹੈ। ਜਦੋਂ ਤੁਹਾਡਾ ਡਮਰੂ ਵੱਜੇਗਾ ਤੇ ਇੰਦਰ ਦੇਵਤਾ ਫਿਰ ਬਾਰਿਸ਼ ਕਰੇਗਾ। ਸਮਾਂ ਬੀਤਦਾ ਗਿਆ, ਬਾਰਿਸ਼ ਹੋਈ ਨਹੀਂ। ਸੰਸਾਰ ਦੇ ਵਿੱਚ ਜੀਵ ਪਰੇਸ਼ਾਨ ਹੁੰਦੇ ਰਹੇ। 2 ਸਾਲ ਨਿਕਲ ਗਏ। ਕਈ ਵਾਰੀ ਅਸੀਂ ਕਹਿ ਦਿੰਦੇ ਨਾ ਬਾਰਿਸ਼ ਨਾ ਵਿੱਚ ਇਹ ਬਾਰਿਸ਼ ਨਾਲ ਕਿਚੜ ਹੁੰਦਾ। ਨਹੀਂ ਸਾਧ ਸੰਗਤ, ਇਹ ਬਾਰਿਸ਼ ਸਾਨੂੰ ਨੁਕਸਾਨ ਦੇ ਰਹੀ ਹੈ। ਨਹੀਂ, ਪਰਮਾਤਮਾ ਨੂੰ ਪਤਾ ਹੈ। ਦੇਖੋ, ਉਸ ਪਹਾੜਾਂ ਦੇ ਉੱਤੇ ਜਿੱਥੇ ਇਤਨੀ ਵਨਸਪਤੀ ਹੈ, ਉੱਥੇ ਕੌਣ ਪਾਣੀ ਦੇਣ ਜਾਂਦਾ ਹੈ? ਦੱਸੋ। ਕਿੰਨੇ ਜੀਵ ਜੰਤੂ ਐਸੇ ਨੇ ਜਿਹੜੇ ਉਸ ਬਾਰਿਸ਼ ਦੀ ਉਡੀਕ ਵਿੱਚ ਹੁੰਦੇ ਨੇ। ਇੱਕ ਮਾਈ ਵੀ ਤੇ ਖਿਚੜੀ ਬਣਾ ਕੇ ਲਿਆਈ ਤੇ ਬਾਰਿਸ਼ ਹੋ ਗਈ, ਉਹਨੇ ਅਰਦਾਸ ਕਰ ਦਿੱਤੀ ਤੇ ਬਾਰਿਸ਼ ਰੁਕ ਗਈ। ਮਾਰੇ ਕਹਿੰਦੇ ਨੇ ਸੰਸਾਰ ਦੇ ਵਿੱਚ ਪਰਮਾਤਮਾ ਦੇ ਕੰਮ ਵਿੱਚ ਕਦੀ ਦਖਲ ਨਾ ਦਿਓ। ਤੇ ਜਦ ਬਾਰਿਸ਼ ਨਹੀਂ ਪਈ, ਅਕਾਲ ਪੈ ਗਿਆ, ਇਤਨਾ ਅਕਾਲ ਪੈ ਗਿਆ। ਇੱਕ ਗੁਰਸਿੱਖ ਨਾਮ ਜਪਣ ਵਾਲਾ, ਉਹਨੇ ਖੇਤਾਂ ਦੇ ਵਿੱਚ ਹਲ ਵਾਹਣੇ ਸ਼ੁਰੂ ਕਰ ਦਿੱਤੇ ਤੇ ਜਾ ਕੇ ਦੇਵਤਿਆਂ ਨੇ ਕਿਹਾ ਜਾ ਕੇ ਥੱਲੇ ਭੇਸ਼ ਬਦਲ ਕੇ ਆਓ। ਸ਼ਿਵ ਜੀ ਦੀ ਪਾਰਵਤੀ ਨੇ ਜਾ ਕੇ ਭੇਸ਼ ਬਦਲ ਕੇ ਵੇਖਿਆ, ਕਾਲ ਪਿਆ ਹੋਇਆ। ਪਰ ਇੱਕ ਨਾਮ ਜਪਣ ਵਾਲਾ ਉਹ ਖੇਤ ਦੀ ਹਲ ਵਾਹ ਰਿਹਾ ਹੈ। ਤੇ ਉਹਨੇ ਪੁੱਛਿਆ, ਭਾਈ ਤੁਸੀਂ ਕਿਉਂ ਹਲ ਵਾਹ ਰਹੇ ਹੋ? ਪਾਣੀ ਤੇ ਹੈ ਕੋਣੀ। ਉਹਨੇ ਬੜਾ ਸੁੰਦਰ ਜਵਾਬ ਦਿੱਤਾ। ਇਹ ਕੰਮ ਆਉਣ ਵਾਲੀ ਗੱਲ ਹੈ। ਉਹਨੇ ਕਿਹਾ, ਜੇ ਮੈਂ ਹਲ ਵਾਹਣੇ ਨਹੀਂ ਕਰਾਂਗਾ ਨਾ ਤੇ ਮੈਂ ਇਹ ਜਿਹੜੀ ਐਕਟੀਵਿਟੀ ਹੈ ਨਾ, ਰੋਜ਼ ਦਾ ਨੇਮ ਹੈ, ਇਹ ਮੈਂ ਭੁੱਲ ਜਾਵਾਂਗਾ, ਮੈਂ ਆਲਸੀ ਹੋ ਜਾਵਾਂ। ਤੇ ਜੇ ਇਹ ਬਲਦ ਮੇਰੇ ਨਾਲ ਨਹੀਂ ਕਰਨਗੇ, ਇਹ ਵੀ ਬਹਿ ਬਹਿ ਕੇ ਕੰਮ ਕਰਨ ਜੋਗੇ ਨਹੀਂ ਹੋਣਗੇ। ਇਸ ਕਰਕੇ ਮੈਂ ਨੇਮ ਨਹੀਂ ਛੱਡਣਾ। ਬਾਰਿਸ਼ ਹੋਣਾ ਪਰਮਾਤਮਾ ਦੇ ਹੱਥ ਨਹੀਂ ਹੋਵੇ, ਮੈਂ ਆਪਣਾ ਨੇਮ ਕਰਨਾ ਨਹੀਂ ਛੱਡ। ਜਦ ਇਹ ਗੱਲ ਜਾ ਕੇ ਸ਼ਿਵ ਜੀ ਨੂੰ ਦੱਸੀ ਪਾਰਵਤੀ ਨੇ ਕਿ ਦੁਨੀਆ ਦੇ ਲੋਕ ਤੇ ਕਈ ਐਸੇ ਵੀ ਨੇ ਜਿਹੜੇ ਪਰਮਾਤਮਾ ਤੇ ਨੇਮੀ ਨੇ, ਜਿਹੜੇ ਆਸਾ ਰੱਖਣ ਵਾਲੇ ਨੇ, ਉਹ ਕਹਿੰਦੇ ਨੇ ਇਹ ਤੇ ਚੱਲਦਾ ਹੀ ਰਹੇਗਾ, ਪਰ ਇਹ ਨਾ ਹੋਵੇ ਮੈਂ ਕਿਤੇ ਆਲਸੀ ਨਾ ਹੋ ਜਾ, ਕਿੱਥੇ ਮੇਰੇ ਸਰੀਰ ਤੋਂ ਇਹ ਕਿਰਿਆ ਹੀ ਨਾ ਖਤਮ ਹੋ ਜਾਏ। ਕੋਈ ਕੰਮ ਨਾ ਕਰੋ ਨਾ ਤੇ ਫਿਰ ਉਸ ਕੁਝ ਸਮੇਂ ਬਾਅਦ ਉਹ ਭੁੱਲ ਵੀ ਜਾਂਦਾ। ਤੇ ਉਸੇ ਵੇਲੇ ਸ਼ਿਵ ਜੀ ਨੇ ਸ਼ੰਖ ਵਜਾ ਦਿੱਤਾ। ਹਾਲਾਂਕਿ 3 ਸਾਲ ਦਾ ਸਮਾਂ ਸੀ, 2 ਸਾਲ ਵੀ ਨਹੀਂ ਹੋਏ, ਸ਼ੰਖ ਵਜਾ ਦਿੱਤਾ। ਤੇ ਉਹਨੇ ਕਿਹਾ, ਸ਼ੰਖ ਕਿਉਂ ਵਜਾਇਆ ਹੈ? ਉਹ ਕਹਿੰਦੇ ਨੇ ਮੈਂ ਤਾਂ ਵਜਾ ਰਿਹਾ ਕਿਤੇ ਮੈਂ ਵੀ ਨਾ ਭੁੱਲ ਜਾਵਾਂ ਸ਼ੰਖ ਵਜਾਣਾ। ਮੇਰੇ ਕਹਿਣ ਤੋਂ ਮੁਰਾਦ ਇਤਨੀ ਹੈ, ਜੇ ਅਸੀਂ ਨੇਮ ਕਰਨਾ ਛੱਡ ਦਿੱਤਾ ਨਾ, ਫਿਰ ਚਾਹੀਏ ਨਾ ਅੱਗੇ ਚੱਲ ਕੇ ਬੁਢਾਪੇ 'ਚ ਨੇਮ ਕਰ ਲਵਾਂ, ਫਿਰ ਨੇਮ ਨਹੀਂ ਹੋਣਾ। ਕਿਉਂਕਿ ਨੇਮ ਤੋਂ ਹੀ ਪ੍ਰੇਮ ਬਣਨਾ ਹੈ। ਤੁਹਾਡਾ ਮਨ ਜੁੜੇ ਨਾ ਜੁੜੇ, ਮਨ ਕਿੱਥੇ ਵੀ ਉਡਾਰੀ ਮਾਰੇ, ਕੋਈ ਗੱਲ ਨਹੀਂ। ਕਿਉਂਕਿ ਦੇਖੋ, ਜਨਮਾਂ ਦੀ ਮੈਲ ਨਾ ਇਸ ਮਨ ਤੇ ਲੱਗੀ ਹੋਈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਾ ਖੰਡੀ ਧੋਤੀ ਉਜਲਾ ਹੋਈ, ਜੇ ਸੋ ਧੋਵਣ ਪਾ। ਇਹ ਮੈਲ ਉਤਰਦੀ ਹੈ। ਇੱਕਦਮ ਕਹੋ ਕਿ ਮੇਰਾ ਮਨ ਜੁੜਿਆ ਨਹੀਂ। ਤੁਸੀਂ ਕਿਰਿਆ ਕਰੀ ਜਾਓ, ਕਿਰਪਾ ਕਰਨੀ ਪਰਮਾਤਮਾ ਦੇ। ਪਰਮਾਤਮਾ ਕਦੋਂ ਕਿਰਪਾ ਕਰਨੀ ਹੈ? ਬਾਰਿਸ਼ ਤੇ ਉਹਨੇ ਕਰਨੀ ਹੈ, ਮਿਹਰ ਤੇ ਉਹਨੇ ਕਰਨੀ ਹੈ, ਪਰ ਆਪਣਾ ਨੇਮ ਨਾ ਛੱਡੀ। ਜਿਸ ਤਰ੍ਹਾਂ ਹਲ ਵਾਹਣ ਵਾਲੇ ਨੇ ਇਹ ਸੋਚਿਆ, ਜੇ ਮੈਂ ਹਲ ਨਹੀਂ ਵਾਵਾਂਗਾ ਮੇਰਾ ਸਰੀਰ ਖਰਾਬ ਹੋ ਜਾਏਗਾ, ਮੇਰੀ ਇੱਕ ਕਿਰਿਆ ਟੁੱਟ ਜਾਏਗੀ। ਤੇ ਸਿੱਖਾ, ਤੂੰ ਰੋਜ਼ ਨੇਮ ਕਰ, ਤੇਰਾ ਮਨ ਜੁੜੇ ਨਾ ਜੁੜੇ, ਇੱਕ ਦਿਨ ਸਮਾਂ ਆਏਗਾ ਮਨ ਜੁੜ ਜਾਏਗਾ। ਕਿਉਂਕਿ ਜਿਉਂ ਮੈਲ ਉਤਰਦੀ ਜਾਏਗੀ ਨਾ, ਜਿਹੜਾ ਨੇਮ ਸਾਨੂੰ ਬਹਿਣ ਵਿੱਚ ਚੰਗਾ ਨਹੀਂ ਲੱਗ ਰਿਹਾ ਸੀ, ਅੱਜ ਉਹੀ ਨੇਮ ਚੰਗਾ ਲੱਗਣ ਲੱਗ ਪਿਆ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਉਹੀ ਸੰਗਤ ਹੈ, ਉਹੀ ਸਿਮਰਨ ਹੈ, ਉਹੀ ਨੇਮ ਹੈ। ਮੈਨੂੰ ਨਹੀਂ ਚੰਗਾ ਲੱਗਦਾ ਸੀ, ਪਰ ਜਦ ਮੈਂ ਨੇਮ ਕਰਦਾ ਰਿਹਾ, ਮੇਰੇ ਅੰਦਰੋਂ ਜਿਹੜੀ ਮੈਲ ਸੀ ਉਹ ਘਟਦੀ ਗਈ। ਇੱਕ ਦਿਨ ਐਸਾ ਹੋਇਆ, ਮੇਰਾ ਭਾਂਡਾ ਸਾਫ਼ ਹੋ ਗਿਆ। ਤੇ ਸਾਫ਼ ਭਾਂਡੇ ਵਿੱਚ ਤੇ ਫਿਰ ਪਾਤਸ਼ਾਹ ਕਹਿੰਦੇ ਨੇ, ਅੰਮ੍ਰਿਤ ਵੇਲੇ ਦੀ ਦਾਤ ਜਦ ਰੋਜ਼ ਪੈਂਦੀ ਰਹੀ, ਤੇ ਇੱਕ ਦਿਨ ਉਹ ਭਾਂਡਾ ਫਿਰ ਪਰਮਾਤਮਾ ਦੇ ਘਰ ਉਜਾਗਰ ਹੋ ਗਿਆ। ਪਰਮਾਤਮਾ ਨੇ ਉਸ ਨੂੰ ਗਲਵੱਕੜੀ ਲੈ ਲਿਆ। ਕਦੋਂ? ਜਦੋਂ ਪਰਮਾਤਮਾ ਵੀ ਕਾਸ ਰੱਖ ਕੇ ਬੈਠਦਾ ਹੈ ਕਿ ਇਹ ਬੱਚਿਆ, ਜੇ ਤੂੰ ਮੇਰੇ ਤੋਂ ਇੰਨੀਆਂ ਚੀਜ਼ਾਂ ਮੰਗਣਾ ਤੇ ਮੈਨੂੰ ਵੀ ਤੇਰੇ ਤੇ ਇੱਕ ਆਸ ਹੈ, ਮੈਂ ਵੀ ਤੇਰੇ ਤੇ ਇੱਕ ਉਮੀਦ ਲਾ ਕੇ ਬੈਠਾ ਵਾਂ।
ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਕਿ ਅੰਮ੍ਰਿਤ ਵੇਲੇ ਜਾਗ। ਦੇਖੋ ਤੁਸੀਂ ਇਹ ਮਤ ਕਹੋ ਕਿ ਮੇਰੀ ਪੁਕਾਰ ਨਹੀਂ ਸੁਣੀ ਗਈ, ਮੈਂ ਇਤਨੇ ਸਮੇਂ ਤੋਂ ਜਾਗ ਰਿਹਾ, ਇਹ ਕਦੀ ਨਾ ਕਿਹਾ ਕਰ। ਪਰਮਾਤਮਾ ਚਾਹੇ ਉਹ ਤੇ ਇੱਕ ਛਿਨ ਵਿੱਚ ਸਾਡੀ ਬਖਸ਼ਿਸ਼ਾਂ ਦੇ ਦੇ। ਇੱਕ ਜਿਹੜਾ ਬੋਲ ਵੀ ਸਹੀ ਤਰ੍ਹਾਂ ਨਹੀਂ ਪਾਉਂਦਾ, ਇੱਕ ਪਕਸ਼ੀ ਦੀ ਪੁਕਾਰ ਉਸ ਪਰਮਾਤਮਾ ਦੇ ਦਰ ਤੇ ਸੁਣੀ ਜਾ ਸਕਦੀ ਹੈ, ਮਨਾ ਤੇਰੀ ਨਹੀਂ ਸੁਣੀ ਜਾ ਸਕਦੀ। ਰੋਜ਼ ਪੜ੍ਹਨੇ ਆ ਗੁਰੂ ਅਮਰਦਾਸ ਜੀ ਦੇ ਪਵਿੱਤਰ ਬੋਲ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ। ਇਹ ਕਦੋਂ ਬੋਲਿਆ? ਮਾਰੇ ਕਹਿੰਦੇ ਅੰਮ੍ਰਿਤ ਵੇਲੇ। ਤਾਂ ਦਰ ਸੁਣੀ ਪੁਕਾਰ, ਉਸ ਵੇਲੇ ਉਸਦੀ ਪੁਕਾਰ ਸੁਣੀ ਗਈ। ਇੱਕ ਬੱਬੀਏ ਪਕਸ਼ੀ ਦੀ, ਜਿਹਨੂੰ ਸੁਰਤ ਵੀ ਨਹੀਂ, ਗਿਆਨ ਵੀ ਨਹੀਂ, ਜੇ ਉਹ ਅੰਮ੍ਰਿਤ ਵੇਲੇ ਜਾਗ ਕੇ ਉਸ ਸਵਾਂਤੀ ਬੂੰਦ ਨੂੰ ਇੱਛਾ ਰੱਖ ਰਿਹਾ, ਕਿਉਂਕਿ ਉਹਦੀ ਇੱਕ ਨਾ ਬਣਤਰ ਐਸੀ ਹੈ, ਜਿਹੜਾ ਬੱਬੀਆ ਪਕਸ਼ੀ ਹੈ ਨਾ, ਉਹਦੇ ਕੋਲ ਜਿੰਨਾ ਮਰਜ਼ੀ ਸਮੁੰਦਰ ਦੇ ਕੋਲ ਹੁੰਦਾ, ਪਰ ਪਾਣੀ ਜਿੰਨਾ ਮਰਜ਼ੀ ਹੋਵੇ, ਉਹਦੀ ਜਿਹੜੀ ਚੋਂਚ ਹੈ ਨਾ, ਜਿਹੜੀ ਇਸ ਹਿਸਾਬ ਨਾਲ ਬਣੀ ਹੈ ਕਿ ਉਹ ਪਾਣੀ ਜ਼ਮੀਨ ਤੋਂ ਨਹੀਂ ਲੈ ਸਕਦੀ, ਉਹਦੀ ਮਤਲਬ ਕਿ ਉਹਦੀ ਡਾਇਰੈਕਸ਼ਨ ਉੱਪਰ ਹੈ। ਤੇ ਉਹ ਸਿਰਫ ਪਰਮਾਤਮਾ ਦੀ ਜਿਹੜੀ ਬਾਰਿਸ਼ ਹੁੰਦੀ ਹੈ ਨਾ, ਜਦੋਂ ਮੇਘ ਵਰਸਦਾ ਹੈ, ਉਦੋਂ ਜਿਹੜੀ ਬੂੰਦਾਂ ਗਿਰਦੀਆਂ ਨੇ ਉਹ ਸਮੁਖ ਪੈਂਦੀਆਂ ਨੇ, ਤਾਂ ਉਹਦੀ ਪਿਆਸ ਪੁੱਜਦੀ ਹੈ। ਦੁਨੀਆ ਦਾ ਪਾਣੀ ਜਿੰਨਾ ਦੇ ਦੋ ਉਹਨੂੰ ਨਹੀਂ ਮਿਲੇਗਾ। ਤੇ ਪਾਤਸ਼ਾਹ ਕਹਿੰਦੇ ਨੇ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਕੀ ਹੋਇਆ? ਮੇਘੇ ਨੂੰ ਫਰਮਾਨ ਹੁਆ ਵਰਸੋਂ ਕਿਰਪਾ ਧਾਰ। ਜਦ ਉਹਨੇ ਅੰਮ੍ਰਿਤ ਵੇਲੇ ਉੱਠ ਕੇ ਪੁਕਾਰ ਕੀਤੀ ਪ੍ਰਭੂ ਪਰਮਾਤਮਾ ਦੇ ਅੱਗੇ, ਉਹ ਬੂੰਦ ਮੈਨੂੰ ਚਾਹੀਦੀ ਏ, ਤੇ ਫਿਰ ਮੇਘੇ ਨੂੰ ਪਰਮਾਤਮਾ ਵੱਲੋਂ ਹੁਕਮ ਹੋ ਗਿਆ ਕਿ ਮੇਘੇ ਨੂੰ ਫਰਮਾਨ ਹੁਆ ਵਰਸੋ ਕਿਰਪਾ ਧਾਰ। ਹੁਣ ਤਿਨ ਕੇ ਸਦ ਬਲਿਹਾਰ ਨੇ ਜਿਨ ਸੱਚ ਰੱਖਿਆ ਉਰਦਾਰ। ਨਾਨਕ ਨਾਮੇ ਸਭ ਹਰਿਆਵਲੀ ਗੁਰ ਕੇ ਸ਼ਬਦ ਵਿਚਾਰ। ਫਿਰ ਉਸ ਵੇਲੇ ਸਭ ਜਗ੍ਹਾ ਤੇ ਹਰਿਆਲੀ ਹਰਿਆਲੀ ਹੋ ਜਾਂਦੀ। ਕਿਉਂ? ਕਿਉਂਕਿ ਅੰਮ੍ਰਿਤ ਵੇਲੇ ਦੀ ਪੁਕਾਰ ਬੜੀ ਜਲਦੀ ਸੁਣੀ ਜਾਂਦੀ ਜੇ। ਤੁਸੀਂ ਕਦੀ ਵੀ ਦੇਖੋ, ਹੁਣ ਵੀ ਤੁਸੀਂ ਕਿੱਥੇ ਜਾਣਾ ਨਾ, ਸਵੇਰੇ ਗੱਡੀ ਚੁੱਕੋ, ਜਿਹੜਾ ਸਫ਼ਰ 2 ਘੰਟੇ ਵਿੱਚ ਨਾ 1 ਘੰਟੇ ਚ ਹੋ ਜਾਏਗਾ। ਕਿਉਂ? ਕਿਉਂਕਿ ਰੋਡਾਂ ਖਾਲੀ ਨੇ, ਕਿਸੇ ਨੂੰ ਫੋਨ ਮਿਲਾਓ ਹੁਣੇ ਮਿਲ ਜਾਏਗਾ। ਪਰ ਜਦੋਂ ਤੁਸੀਂ ਦਿਨ ਦੇ ਟਾਈਮ ਜਾਓਗੇ, ਸਮਾਂ ਵੀ ਜ਼ਿਆਦਾ ਲੱਗੇਗਾ ਤੇ ਖੇਚਲ ਵੀ ਜ਼ਿਆਦਾ ਹੋਏਗੀ, ਥਕਾਨ ਵੀ ਹੋਏਗੀ। ਅੰਮ੍ਰਿਤ ਵੇਲੇ ਕੀ ਕਰਨਾ ਕਿ ਅਸੀਂ ਕੁਝ ਵੀ ਕਰਨਾ ਥੋੜੀ ਹੈ, ਕੋਈ ਅਸੀਂ ਭਾਰ ਚੁੱਕਣ ਵਾਸਤੇ ਗੁਰੂ ਸਾਹਿਬ ਨੇ ਥੋੜਾ ਕਹਿ ਦਿੱਤਾ ਕਿ ਇੰਨਾ ਭਾਰ ਚੁੱਕੋ। ਬਸ ਉਹ ਕਹਿੰਦੇ ਨੇ ਅੰਮ੍ਰਿਤ ਵੇਲੇ ਜਾ ਕੇ ਚੋਕੜਾ ਮਾਰ ਕੇ ਪਿਆਰ ਨਾਲ ਜਪ ਸਤਨਾਮ ਸ੍ਰੀ ਵਾਹਿਗੁਰੂ, ਜੋ ਤੁਸੀਂ ਕਰ ਰਹੇ। ਤੇ ਜਦ ਅੰਮ੍ਰਿਤ ਵੇਲੇ ਦੀ ਪੁਕਾਰ ਬੜੀ ਜਲਦੀ ਸੁਣੀ ਜਾਂਦੀ ਹੈ, ਕਿਉਂਕਿ ਉਸ ਵੇਲੇ ਨਾ ਦੁਨੀਆ ਦੀ ਵੀ ਭੀੜ ਪਰਮਾਤਮਾ ਦੇ ਕੋਲ ਨਹੀਂ ਹੁੰਦੀ। 8-9 ਵਜੇ ਤੋਂ ਬਾਅਦ ਤੇ ਮੇਰੇ ਵਰਗੇ ਕਿਤਨੇ ਹੀ ਨਾਸਤਿਕ ਬੰਦੇ ਉੱਠ ਕੇ ਲੈਣਾ ਵਿੱਚ ਲੱਗੇ ਨੇ, ਮੈਨੂੰ ਇਹ ਚਾਹੀਦਾ, ਮੈਨੂੰ ਇਹ ਚਾਹੀਦਾ। ਪਰ ਤੁਹਾਡੇ ਵਰਗੀਆਂ ਗੁਰਮੁਖਾਂ ਰੂਹਾਂ ਅੰਮ੍ਰਿਤ ਵੇਲੇ ਜਾ ਕੇ ਜਦ ਗੁਰੂ ਅੱਗੇ ਕੋਈ ਵੀ ਆਪਣੀ ਅਰਜੀ, ਆਪਣੀ ਬੇਨਤੀ ਰੱਖਦੇ ਨੇ, ਤੇ ਗੁਰੂ ਫਟ ਸੁਣ ਲੈਂਦਾ ਹੈ। ਕਿਉਂਕਿ ਖਾਲੀ ਹੈ ਅੰਮ੍ਰਿਤ ਵੇਲੇ, ਤੇ ਉਹੀ ਜਾਗਦੇ ਨੇ ਜਿਨ੍ਹਾਂ ਨੇ ਪਰਮਾਤਮਾ ਨਾਲ ਇਸ਼ਕ ਹੋ ਜਾਂਦਾ ਹੈ। ਸੋ ਗੁਰੂ ਮਹਾਰਾਜ ਬਖਸ਼ਿਸ਼ ਕਰਨ, ਅਸੀਂ ਇਸ ਪ੍ਰਯੋਜਨ ਤੋਂ ਸਫਲ ਹੋ ਕੇ ਜਾਈਏ, ਇਸ ਸੰਸਾਰ ਦੀ ਬਾਜੀ ਨੂੰ ਜਿੱਤ ਕੇ ਜਾਈਏ। ਜੋ ਸਾਡੇ ਕੋਲ ਸਮਾਂ ਮਿਲਿਆ ਹੈ, ਬਚਿਆ ਹੈ, ਅਸੀਂ ਇਸ ਗੱਲ ਨੂੰ ਸਮਝ ਲਈਏ ਕਿ ਆਇਓ ਸੁਣਨ ਪੜਨ ਕੋ ਬਾਣੀ। ਅਸੀਂ ਸਿਰਫ ਸੰਸਾਰ ਦੇ ਵਿੱਚ ਖਾਲੀ ਬੱਚੇ ਪੈਦਾ ਕਰਨ ਦੇ, ਬੱਚੇ ਪਾਲਣ ਵਾਸਤੇ ਜਾਂ ਦੁਨੀਆ ਦੀਆਂ ਗੱਲਾਂ ਸੁਣਨ ਵੇਖਣ ਵਾਸਤੇ ਖਾਲੀ ਨਹੀਂ ਆਏ। ਅਸੀਂ ਸਿਰਫ ਤੇ ਸਿਰਫ ਪਰਮਾਤਮਾ ਨੂੰ ਮਿਲਣ ਵਾਸਤੇ ਆਏ, ਤੇ ਇਹ ਪ੍ਰਯੋਜਨ ਤੋਂ ਅਸੀਂ ਭੁੱਲ ਨਾ ਜਾਈਏ। ਤੋ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਤੂੰ ਇਸ ਗੱਲ ਨੂੰ ਚੇਤੇ ਰੱਖ ਔਰ ਉਸ ਨੂੰ ਅੰਮ੍ਰਿਤ ਵੇਲੇ ਜਾਗ ਕੇ ਪਰਮਾਤਮਾ ਦੀ ਬੰਦਗੀ ਕਰ। ਫਿਰ ਜਿਤਨੀਆਂ ਤੇਰੀਆਂ ਫਿਕਰਾਂ ਨੇ, ਜਿਤਨੇ ਤੇਰੇ ਅੰਦਰ ਦੇ ਵਰਵਲੇ ਨੇ, ਉਹ ਪਰਮਾਤਮਾ ਦੀ ਡਿਊਟੀ ਲੱਗ ਜਾਂਦੀ। ਅਚਿੰਤ ਕੰਮ ਕਰੇ ਪ੍ਰਭ ਤਿਨ ਕਾ ਜਿਨ ਹਰ ਕਾ ਨਾਮ ਪਿਆਰਾ। ਉਹ ਫਿਰ ਤੇਰੇ ਐਸੇ ਕੰਮ ਵੀ ਕਰ ਦੇਗਾ ਜਿਹੜਾ ਤੇਰੇ ਚੇਤੇ ਵਿੱਚ ਵੀ ਨਹੀਂ ਹੋਣਗੇ। ਗੁਰੂ ਮਹਾਰਾਜ ਬਖਸ਼ਿਸ਼ ਕਰਨ, ਅੰਮ੍ਰਿਤ ਵੇਲਾ ਸਭ ਦਾ ਬਣਿਆ ਰਵੇ। ਸਾਰੇ ਅੰਮ੍ਰਿਤ ਵੇਲੇ ਉੱਠ ਕੇ ਪੁਕਾਰਾਂ ਕਰੋ। ਜੇ ਇੱਕ ਬਬੀਹੇ ਦੀ ਪੁਕਾਰ ਸੁਣੀ ਜਾ ਸਕਦੀ ਹੈ, ਮਨਾ ਤੇਰੀ ਨਹੀਂ ਸੁਣੀ ਜਾਏਗੀ, ਸੁਣੀ ਜਾਏਗੀ। ਤੂੰ ਢਹਿ ਢੇਰੀ ਨਾ ਹੋ, ਤੂੰ ਨੇਮ ਕਰਦਾ ਰਹਿ, ਕਿਰਪਾ ਕਰਨੀ ਪਰਮਾਤਮਾ। ਕਿਉਂਕਿ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇਂ ਤਿਸ ਦੇ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਾਹ ਜਾਪੇ। ਉਹਨੇ ਦਾਤ ਉਹਦੇ ਹੱਥੇ, ਉਹ ਕਦੋਂ ਦੇ ਦੇਵੇ, ਇਹ ਉਹਦੀ ਮੋਜ ਹੈ। ਤੋ ਮਹਾਰਾਜ ਕਿਰਪਾ ਕਰਨ, ਸਾਰਿਆਂ ਤੇ ਰਹਿਮਤਾਂ ਕਰਨ।
ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ, ਖਾਸ ਤੌਰ ਤੇ ਵੀਰ ਜੀ ਦਾ ਔਰ ਸਾਰੀ ਸੰਗਤ ਦਾ ਜੋ ਇਤਨਾ ਮਾਣ ਬਖਸ਼ਦੇ ਹਨ। ਸੋ ਮੈਂ ਇੱਕ ਬੇਨਤੀ ਵੀ ਕਰਾਂਗਾ ਕਿ 11 ਤੋਂ 12ਵੀਂ ਦਾਸ ਦੀ ਸੇਵਾ ਹੈ ਵੀਰ तिलकजीत सिंह जी खुराना दे जूम ते। अगर आपके पास लिंक है तो वधिया, नहीं है तो वीर जी पासों आप लिंक लैके मैं लिंक पा दिंदा। हाँ जी, 11-10 तो 12-10 जो सेवा वीर जी ने लाई है उत्थे भी जरूर दास नूं आप करके इस सेवा लैन। सारियां दा तहे दिल तो धन्नवाद। वाहिगुरू जी का खालसा, वाहिगुरू जी की फतेह।